ਸਾਡੇ ਦੇਸ਼ ਵਿੱਚ ਖੇਡਾਂ ਨੂੰ ਬੜੇ ਸਤਿਕਾਰ ਨਾਲ ਦੇਖਿਆ ਜਾਂਦਾ ਹੈ ਅਤੇ ਆਪਣੇ ਕਿਸੇ ਖਿਡਾਰੀ ਨੂੰ ਦੇਖਣ ਲਈ ਹਜ਼ਾਰਾਂ ਦੀ ਸੰਖਿਆ ਵਿੱਚ ਲੋਕ ਅਜਿਹੇ ਸਟੇਡੀਅਮ ਦੇ ਵਿੱਚ ਆਉਂਦੇ ਨੇ ਅਤੇ ਉਸ ਖਿਡਾਰੀ ਦੇ ਪ੍ਰਦਰਸ਼ਨ ਤੇ ਪਤਾ ਨਹੀਂ ਕਿੰਨੀਆਂ ਗੁਤਾੜੀਆਂ ਵੱਜਦੀਆਂ। ਖੇਡ ਦੇ ਅਜਿਹੇ ਹੀਰੋ ਲਈ ਵੱਡੀ ਗਿਣਤੀ ਵਿੱਚ ਲੋਕ ਜੁੜਦੇ ਨੇ, ਪਰ ਕਈ ਅਜਿਹੇ ਅਣਗੌਲੇ ਨਾਇਕ ਵੀ ਹੁੰਦੇ ਨੇ ਜਿਨ੍ਹਾਂ ਲਈ ਤਾੜੀਆਂ ਮਾਰਨ ਵਾਲੇ ਲੋਕ ਬਹੁਤੀ ਗਿਣਤੀ 'ਚ ਨਹੀਂ ਹੁੰਦੇ। ਪਰ ਹੁਣ ਸਮਾਂ ਬਦਲਿਆ ਹੈ, ਪਰੰਪਰਾ ਬਦਲੀ। ਬੀਤੇ ਕੁਝ ਸਮੇਂ ਵਿੱਚ ਹਿੰਦੁਸਤਾਨ ਵਿੱਚ ਹਰ ਖੇਤਰ ਵਿੱਚ ਅਜਿਹੇ ਲੋਕਾਂ ਦੇ ਕੰਮ ਨੂੰ ਸਨਮਾਨ ਮਿਲਣਾ ਸ਼ੁਰੂ ਹੋਇਆ ਹੈ ਜਿਹੜੇ ਬੇਸ਼ੱਕ ਗੁੰਮਨਾਮੀ 'ਚ ਨੇ, ਪਰ ਉਹਨਾਂ ਦੇ ਕੰਮ ਨੂੰ ਸਰਕਾਰ ਸਨਮਾਨ ਦੇ ਰਹੀ ਹੈ। ਖੇਡ ਦਾ ਮੈਦਾਨ ਹੋਵੇ, ਵਿਗਿਆਨ ਦੀ ਪ੍ਰਯੋਗਸ਼ਾਲਾ ਹੋਵੇ, ਜਾਂ ਫਿਰ ਬੇਜ਼ੁਬਾਨ ਜਾਨਵਰਾਂ ਦੇ ਦਰਦ ਨੂੰ ਸਮਝਣ ਦੀ ਗੱਲ ਹੋਵੇ, ਜਾਂ ਫਿਰ ਹਿੰਦੁਸਤਾਨ ਦੀ ਅਮੀਰ ਵਿਰਾਸਤ ਨੂੰ ਬਹਾਲ ਕਰਨ ਦੇ ਲਈ ਕੰਮ ਕਰਨਾ ਹੋਵੇ, ਇਹਨਾਂ ਸਾਰੇ ਖੇਤਰਾਂ ਵਿੱਚੋਂ ਅਜਿਹੇ ਗੁੰਮਨਾਮ ਨਾਇਕਾਂ ਦੀ ਕਹਾਣੀਆਂ ਨੂੰ ਇਕੱਠਿਆਂ ਕਰਕੇ ਅਸੀਂ ਹਾਜ਼ਰ ਹਾਂ। ਨਮਸਕਾਰ, ਮੈਂ ਹਾਂ ਤੁਹਾਡੇ ਨਾਲ ਆਰੇਂਦਰ ਤੇ ਤੁਸੀਂ ਦੇਖ ਰਹੇ ਹੋ ਸਾਡੇ ਪਦਮ। ਹਿੰਦੁਸਤਾਨ 'ਚ ਕ੍ਰਿਕਟ ਦਾ ਜਨੂਨ ਹਰ ਕੋਈ ਮਹਿਸੂਸ ਕਰਦਾ ਹੈ। ਇੱਕ ਅਜਿਹੀ ਖੇਡ ਜਿਸ ਨੇ ਦੇਸ਼ 'ਚ ਖੇਡਾਂ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ। 140 ਕਰੋੜ ਦੇ ਇਸ ਦੇਸ਼ ਵਿੱਚ ਹਰ ਗਲੀ ਮੁਹੱਲੇ 'ਚ ਖੇਡ ਦੇ ਮੈਦਾਨ 'ਚ ਤੁਹਾਨੂੰ ਕ੍ਰਿਕਟ ਦਾ ਹੁਨਰ ਨਜ਼ਰ ਆ ਜਾਵੇਗਾ। ਲੋੜ ਹੈ ਉਸ ਟੈਲੈਂਟ ਨੂੰ ਸਹੀ ਮੁਕਾਮ ਤੱਕ ਪਹੁੰਚਾਉਣ ਦੀ। ਦੇਸ਼ ਦੇ तमाम ਜਿਹੜੇ ਮਸ਼ਹੂਰ ਕ੍ਰਿਕਟ ਦੇ ਖਿਡਾਰੀ ਨੇ ਉਹਨਾਂ ਬਾਰੇ ਤਾਂ ਹਰ ਕੋਈ ਜਾਣਦਾ ਹੈ, ਪਰ ਉਸ ਖਿਡਾਰੀ ਨੂੰ ਉੱਥੋਂ ਤੱਕ ਪਹੁੰਚਾਉਣ ਦਾ ਕੰਮ ਕਰਨ ਵਾਲੇ ਕੋਚ ਦੀ ਭੂਮਿਕਾ ਦੀ ਕਈ ਵਾਰ ਗੱਲ ਨਹੀਂ ਹੁੰਦੀ, ਜਾਂ ਉਸ ਕੋਚ ਦੇ ਕੰਮ ਬਾਰੇ ਗੱਲਬਾਤ ਹੁੰਦੀ ਨਜ਼ਰ ਨਹੀਂ ਆਉਂਦੀ। ਪਰ ਦੇਸ਼ ਦੇ ਇੱਕ ਅਜਿਹੇ ਹੀ ਕੋਚ ਨੇ ਜਿਨ੍ਹਾਂ ਦੇ ਬਾਰੇ ਵਿੱਚ ਹੁਣ ਬਹੁਤ ਸਾਰੇ ਚਰਚੇ ਹੁੰਦੇ ਨੇ। ਕਾਰ ਉਹਨਾਂ ਨੂੰ ਦੇ ਰਹੀ ਹੈ ਪਦਮ ਸਨਮਾਨ। ਉਹਨਾਂ ਨੇ ਪਿਛਲੇ 5 ਦਹਾਕਿਆਂ 'ਚ ਦੇਸ਼ ਨੂੰ ਦਰਜਨ ਤੋਂ ਵੱਧ ਕ੍ਰਿਕਟ ਦੇ ਕੌਮਾਂਤਰੀ ਖਿਡਾਰੀ ਦਿੱਤੇ ਨੇ ਤੇ 100 ਤੋਂ ਵੱਧ ਕੌਮੀ ਪੱਧਰ ਦੇ ਖਿਡਾਰੀ ਦਿੱਤੇ ਨੇ। ਗੁਰਚਰਨ ਸਿੰਘ ਜੀ ਨੂੰ ਮਿਲ ਰਿਹਾ ਹੈ ਇਹ ਪਦਮ ਸ਼੍ਰੀ ਦਾ ਸਨਮਾਨ ਉਹਨਾਂ ਦੇ 5 ਦਹਾਕਿਆਂ ਦੀ ਕ੍ਰਿਕਟ ਦੀ ਸੇਵਾ ਲਈ। ਕ੍ਰਿਕਟ ਜਿਸ ਦਾ ਜਨੂਨ ਦੇਸ਼ ਵਿੱਚ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ, ਜਿਸ ਨੂੰ ਲੋਕ ਕਿਸੇ ਧਰਮ ਵਾਂਗ ਸਤਿਕਾਰ ਦਿੰਦੇ ਨੇ। ਇਸ ਖੇਡ ਦੀ ਸੇਵਾ ਲਈ ਜ਼ਿੰਦਗੀ ਦੇ 5 ਦਹਾਕੇ ਸਮਰਪਿਤ ਕਰ ਚੁੱਕੇ ਨੇ ਦੇਸ਼ ਦੇ ਮੰਨੇ ਪਰਮੰਨੇ ਕ੍ਰਿਕਟ ਕੋਚ ਅਤੇ ਸਾਬਕਾ ਪ੍ਰਥਮ ਸ਼੍ਰੇਣੀ ਦੇ ਕ੍ਰਿਕਟ ਖਿਡਾਰੀ ਗੁਰਚਰਨ ਸਿੰਘ। ਕੋਚ ਦੇ ਤੌਰ ਤੇ ਗੁਰਚਰਨ ਸਿੰਘ ਨੇ ਦੇਸ਼ ਨੂੰ ਮਨਿੰਦਰ ਸਿੰਘ, ਸੁਰਿੰਦਰ ਖੰਨਾ, ਕੀਰਤੀ ਆਜ਼ਾਦ, ਅਜੇ ਜਡੇਜਾ ਅਤੇ ਮੁਰਲੀ ਕਾਰਤਿਕ ਵਰਗੇ ਤਕਰੀਬਨ ਦਰਜਨ ਤੋਂ ਵੱਧ ਕੌਮਾਂਤਰੀ ਖਿਡਾਰੀ ਦਿੱਤੇ ਨੇ। ਗੁਰਚਰਨ ਸਿੰਘ ਨੇ ਘਰੇਲੂ ਕ੍ਰਿਕਟ ਵਿੱਚ ਵੀ 100 ਤੋਂ ਵੱਧ ਖਿਡਾਰੀ ਤਿਆਰ ਕੀਤੇ ਨੇ, ਜਿਨ੍ਹਾਂ ਨੇ ਰਣਜੀ ਟਰਾਫੀ ਤੋਂ ਲੈ ਕੇ ਸਾਰੇ ਘਰੇਲੂ ਮੈਚਾਂ ਵਿੱਚ ਨਾਮ ਕਮਾਇਆ ਹੈ। ਗੁਰਚਰਨ ਸਿੰਘ द्रोणाचार्य पुरस्कार जितने वाले देश के दूसरे क्रिकेट कोच ने। शुरू में वैसे मेरे को स्पोर्ट्स का शुरू से बहुत शौक था। जब मैं गांव में रहता था ना, तब तो मेरे को वॉलीबॉल वहाँ खेलने को मिलता था, या मैं कुश्ती देखता होता था, लोग कुश्ती कर रहे होते थे। मैं कुश्ती तो नहीं करता था, तो वॉलीबॉल तो खेलता ही था। और जब कभी मेरे पिताजी गांव जाते थे तो पूछते, रावलपिंडी जाते थे, पूछते थे आपके लिए क्या लाऊं, तो मैं उनको यही कहता था कि मेरे लिए वॉलीबॉल लेके आना। स्कूल के जो टीचर थे ना, शिवदयाल सिंह जी, तो लोग तो 3 बजे खेलने आते थे, मैं 2-2:30 बजे पहुंच जाता था ग्राउंड में। तो वो देखते रहते थे कि ये रोज़ आता है। एक दिन वो खुद कहने लगे आपको बॉलिंग आती है? मैं कहा हाँ जी। तो कहते मेरे को बॉल डाल। तो मैं उन्हीं को बॉल डालनी शुरू की, तो उनको 1-2 बार बोल्ड कर दिया। ही गॉट इंटरेस्ट, तो कहने लगा आप शाम को प्रैक्टिस में आया करो। दिस इज़ हाउ आई स्टार्टेड जॉइनिंग द स्कूल। मैं 8वीं से 9वीं में वहाँ आया, और 1 साल के बाद 10वीं में ही उन्होंने मेरे को स्कूल का कप्तान बना दिया। लकीली इन 53 आई गॉट अ ब्रेक थ्रू टू गेट इनटू द रणजी ट्रॉफी टीम। ऐसा 53 में जब मैंने रणजी ट्रॉफी खेली ना, तो मैंने लौट के पीछे नहीं देखा। मेरे को लाइफ में सब कुछ मिला, प्राइम मिनिस्टर एंड स्पोर्ट्स मिनिस्टर, इनका सब का ना बहुत शुक्रगुजार हूँ। अगर ये सारे सोच के स्पोर्ट्समैनों को पद्मा अवार्ड देंगे, तो आई बिलीव दैट दे आर राइट ऑन द राइट ट्रैक। 87 ਸਾਲ ਦੇ ਗੁਰਚਰਨ ਸਿੰਘ ਵਿੱਚ ਅੱਜ ਵੀ ਕ੍ਰਿਕਟ ਲਈ ਜੋਸ਼ ਬਰਕਰਾਰ ਹੈ। ਕੋਚ ਬਣਨ ਤੋਂ ਪਹਿਲਾਂ ਉਹਨਾਂ ਨੇ 37 ਪ੍ਰਥਮ ਸ਼੍ਰੇਣੀ ਦੇ ਮੈਚ ਖੇਡੇ, 1198 ਦੌੜਾਂ ਬਣਾਈਆਂ, ਜਿਨ੍ਹਾਂ ਵਿੱਚ 1 ਸੈਂਕੜਾ, 7 ਅਰਧ ਸੈਂਕੜੇ ਅਤੇ 44 ਵਿਕਟਾਂ ਸ਼ਾਮਲ ਨੇ। ਉਹਨਾਂ ਨੇ ਭਾਰਤ ਦੀ ਕੌਮੀ ਕ੍ਰਿਕਟ ਟੀਮ ਦੇ ਕੋਚ ਵਜੋਂ ਜ਼ਿੰਮੇਵਾਰੀ ਨਿਭਾਈ ਅਤੇ ਰਣਜੀ ਟਰਾਫੀ ਲਈ ਵੀ ਅਣਗਿਣਤ ਖਿਡਾਰੀਆਂ ਨੂੰ ਸਿਖਲਾਈ ਵੀ ਦਿੱਤੀ। ਉਹ ਕਿਤਾਬ ਪਿਚਿੰਗ ਇਟ ਸਟ੍ਰੇਟ ਦੇ सह लेखक भी ने। मुंशी भाई जिनको हम प्यार से बुलाते हैं, चरण सिंह उनका नाम है, उनको पद्मश्री से नवाजा गया। बहुत खुशी की बात है कि उनके एफर्ट्स
बहुत सारे खिलाड़ी देश के लिए खेले हैं मेरे अलावा। तो मैं समझता हूँ कि उनकी डेडिकेशन, अगर उनके बारे में कहूँ, उनका पैशन, उनकी सिंगल माइंडेड डिवोशन, क्रिकेट जैसे उनके लिए गुरुद्वारा है, वैसे ही क्रिकेट का नेट्स है, क्रिकेट है उनके लिए। मेरा एक्सपीरियंस बहुत लंबा है उनके साथ, मेरा जो सिलसिला उन्हें जानने का, उनके पास खेलने का, उनसे क्रिकेट सीखने का, और मेरे को बहुत ही दिली खुशी है, और मैं उनको और सभी क्रिकेट के चाहने वालों को, उनके परिवार को भी बधाई देता हूं। ਕ੍ਰਿਕਟ ਰਾਹੀਂ 50 ਸਾਲਾਂ ਤੋਂ ਵੱਧ ਸਮੇਂ ਤੋਂ ਦੇਸ਼ ਦੀ ਸੇਵਾ ਕਰ ਰਹੇ ਗੁਰਚਰਨ ਸਿੰਘ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਬੇਅੰਤ ਵਧਾਈਆਂ। ਮੈਂ ਇਸ ਵੇਲੇ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਮੌਜੂਦ ਹਾਂ ਤੇ ਇਹ ਹੈ ਕਲਰੀ ਕੇਂਦਰ। ਇਹਦੇ ਵਿੱਚ ਕੀ ਖਾਸ ਗੱਲ ਹੈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹਦੇ ਵਿੱਚ ਕੀ ਖਾਸ ਗੱਲ ਹੈ। ਕਲਰੀ ਪਯਟ ਕੇਰਲ ਦੀ ਮਾਰਸ਼ਲ ਆਰਟ ਹੈ, ਜਿਹੜੀ ਦੁਨੀਆ ਦੀ ਸਭ ਤੋਂ ਪੁਰਾਣੀ ਮਾਰਸ਼ਲ ਆਰਟ ਹੈ ਅਤੇ ਇਹ ਆਪਣੇ ਜਨਮ ਦੇ ਬਾਅਦ ਦੇ ਸਾਲਾਂ ਅਤੇ ਦਹਾਕਿਆਂ ਵਿੱਚ ਗੁੰਮ ਜਿਹੀ ਹੋ ਗਈ ਸੀ। ਇਸ ਨੂੰ ਮੁੜ ਬਹਾਲ ਕਰਨ ਦਾ ਕੰਮ ਕੀਤਾ ਹੈ ਕੇਰਲ ਦੇ SRD ਪ੍ਰਸਾਦ ਨੇ, ਤੇ ਉਹਨਾਂ ਨੇ ਨਾ ਸਿਰਫ ਸੈਂਕੜੇ ਨੌਜਵਾਨਾਂ ਨੂੰ ਇਹ ਮਾਰਸ਼ਲ ਆਰਟ ਸਿਖਾਇਆ ਹੈ, ਸਗੋਂ ਆਪਣੀ ਕਿਤਾਬ ਦੀ ਮਦਦ ਨਾਲ ਦੇਸ਼ ਭਰ ਵਿੱਚ ਭਾਰਤ ਦੀ ਇਸ ਅਮੀਰ ਵਿਰਾਸਤ ਬਾਰੇ ਜਾਗਰੂਕਤਾ ਵੀ ਪੈਦਾ ਕੀਤੀ ਹੈ। ਅਤੇ ਸ਼ਾਇਦ ਇਸ ਦਾ ਹੀ ਨਤੀਜਾ ਹੈ ਕਿ ਮੈਂ ਇੱਥੇ ਨੋਇਡਾ ਵਿੱਚ ਕਲਰੀ ਪਯਟ ਮਾਰਸ਼ਲ ਆਰਟ ਦੇ ਇਸ ਕੇਂਦਰ ਵਿੱਚ ਖੜਾ ਅਤੇ ਇੱਥੇ ਵੀ ਲੋਕ ਇਹਨੂੰ ਸਿੱਖਦੇ ਹੋਏ ਦਿਖਾਈ ਦੇ ਰਹੇ ਨੇ। ਕਲਰੀ ਪਯਟ ਨੂੰ ਲੈ ਕੇ ਭਾਰਤ ਦੀ ਅਮੀਰ ਵਿਰਾਸਤ ਨੂੰ ਮੁੜ ਬਹਾਲ ਕਰਨ ਲਈ ਸਰਕਾਰ ਦੇ ਰਹੀ ਹੈ SRD ਪ੍ਰਸਾਦ ਨੂੰ ਪਦਮ ਸਨਮਾਨ। ਮਾਰਸ਼ਲ ਆਰਟ ਦੀ ਮਾਂ ਹੈ ਭਾਰਤ। ਦੁਨੀਆ ਦੀ ਸਭ ਤੋਂ ਪੁਰਾਣੀ, ਸਭ ਤੋਂ ਵੱਧ ਵਿਗਿਆਨਕ ਮਾਰਸ਼ਲ ਆਰਟ ਵਜੋਂ ਮਾਨਤਾ ਪ੍ਰਾਪਤ ਕਲਰੀ ਪਯਟ ਦੀ ਸ਼ੁਰੂਆਤ ਕੇਰਲ ਵਿੱਚ ਹੋਈ ਸੀ। ਸਮੇਂ ਦੇ ਨਾਲ ਅਲੋਪ ਹੋ ਰਹੀ ਇਸ ਤਕਨੀਕ ਨੂੰ ਮੁੜ ਤੋਂ ਨੌਜਵਾਨਾਂ ਵਿੱਚ ਹਰਮਨ ਪਿਆਰੀ ਬਣਾਉਣ ਵਿੱਚ ਕੇਰਲ ਦੇ SRD ਪ੍ਰਸਾਦ ਦਾ ਵੱਡਾ ਯੋਗਦਾਨ ਦਿੱਤਾ ਹੈ। ਉਹਨਾਂ ਦੇ ਪਿਤਾ ਵੀ ਇਸ ਮਾਰਸ਼ਲ ਆਰਟ ਵਿੱਚ ਨਿਪੁੰਨ ਸਨ। ਉਹਨਾਂ ਨੇ 5 ਸਾਲ ਦੀ ਉਮਰ ਵਿੱਚ ਕਲਰੀ ਪਯਟ ਦੇ ਗੁਰ ਸਿਖਾਉਣੇ ਸ਼ੁਰੂ ਕੀਤੇ ਅਤੇ ਆਪਣਾ ਪੂਰਾ ਜੀਵਨ ਇਸ ਤਕਨੀਕ ਲਈ ਸਮਰਪਿਤ ਕਰ ਦਿੱਤਾ। SRD ਪ੍ਰਸਾਦ ਨੇ 100 ਤੋਂ ਵੱਧ ਨੌਜਵਾਨਾਂ ਨੂੰ ਕਲਰੀ ਪਯਟ ਦੀ ਸਿਖਲਾਈ ਦਿੱਤੀ ਅਤੇ ਪੂਰੇ ਖੇਤਰ ਵਿੱਚ ਇਸ ਨੂੰ ਮੁੜ ਸੁਰਜੀਤ ਕਰਨ ਲਈ ਬਿਨਾਂ ਕਿਸੇ ਸਵਾਰਥ ਦੇ ਕੰਮ ਕੀਤਾ। പത്മായപാട് ഇതൊരു പ്രതീക്ഷിച്ചൊരു സംഭവമല്ല। ਮੇਰਾ ਕੱਲ ਵੀ ਕਲਰੀ ਪਯਟ ਸਿੱਖਣਾ ਮੇਰੀ ਇੱਛਾ ਤੇ ਆਧਾਰਿਤ ਨਹੀਂ ਸੀ। ਮੇਰੇ ਪਿਤਾ ਚਿਰਕਲ ਕੇ ਸ਼੍ਰੀਧਰਨ ਨਾਇਰ ਇਸ ਤਕਨੀਕ ਦੇ ਇੱਕ ਕੋਚ ਸਨ। ਮੈਂ ਹਾਈ ਸਕੂਲ ਦੀ ਪੜ੍ਹਾਈ ਦੇ ਦੌਰਾਨ ਸ਼੍ਰੀ ਭਾਰਤ ਕਲਰੀ ਵਿੱਚ ਸ਼ਾਮਲ ਹੋ ਗਿਆ ਸੀ। ਉਦੋਂ ਮੈਨੂੰ ਸਮਝ ਆਇਆ ਕਿ ਕਲਰੀ ਪਯਟ ਇੱਕ ਕਲਾ ਹੈ ਜਿਸ ਦੀਆਂ ਕਈ ਬ੍ਰਾਂਚਾਂ ਨੇ ਅਤੇ ਇੱਕ ਸੰਰਕਸ਼ਿਤ ਤਰੀਕੇ ਦੇ ਨਾਲ ਇਸ ਨੂੰ ਸਿੱਖਿਆ ਜਾਂਦਾ ਹੈ। ਕਲਰੀ ਪਯਟ ਨੂੰ ਪੜ੍ਹਾਉਣਾ ਅਤੇ ਇਸ ਨੂੰ ਹਰਮਨ ਪਿਆਰਾ ਬਣਾਉਣਾ ਮੇਰਾ ਕੰਮ ਕਰਨ ਦਾ ਖੇਤਰ ਹੋ ਸਕਦਾ ਹੈ। ਮੇਰੇ ਵੱਲੋਂ ਲਿਖੀਆਂ ਗਈਆਂ ਕੁੱਲ 4 ਕਿਤਾਬਾਂ ਕਲਰੀ ਪਯਟ ਨਾਲ ਸੰਬੰਧਿਤ ਨੇ। ਮੈਂ ਕਲਰੀ ਪਯਟ ਤੇ ਇੱਕ ਹੋਰ ਅਹਿਮ ਕਿਤਾਬ ਵੀ ਲਿਖੀ ਹੈ ਜਿਸ ਦਾ ਨਾਮ ਹੈ ਕਲਰੀ ਪਯਟ ਵਿਗਿਆਨ ਕੋਸ਼ਮ। ਮੈਨੂੰ ਇਸ ਪਦਮ ਪੁਰਸਕਾਰ ਦੀ ਉਮੀਦ ਨਹੀਂ ਸੀ। ਪਦਮ ਸ਼੍ਰੀ ਮੇਰੇ ਲਈ ਅਤੇ ਕਲਰੀ ਪਯਟ ਨੂੰ ਸਿੱਖਣ ਵਾਲਿਆਂ, ਪ੍ਰੈਕਟਿਸ ਕਰਨ ਵਾਲਿਆਂ ਅਤੇ ਹਰਮਨ ਪਿਆਰਾ ਬਣਾਉਣ ਵਾਲਿਆਂ ਸਾਰਿਆਂ ਲਈ ਇੱਕ ਵੱਡੀ ਪ੍ਰੇਰਨਾ ਹੈ। ਮੈਂ ਇਸ ਨੂੰ ਇੱਕ ਵੱਡੀ ਉਪਲਬਧੀ ਮੰਨਦਾ ਹਾਂ। ഒരു കളരിപ്പയറ്റ് വിജ്ഞാനകോശം, കളരിപ്പയറ്റിനെ പറ്റി എന്ത് സംശയം ഉണ്ടെങ്കിലും അതിൽ വരണം എന്നുള്ളതാണ്। പക്ഷേ SRD ਪ੍ਰਸਾਦ ਨੇ ਕਲਰੀ ਪਯਟ ਨੂੰ ਨੌਜਵਾਨਾਂ ਵਿੱਚ ਪ੍ਰਸਿੱਧ ਬਣਾਉਣ ਲਈ ਇਸ ਮਾਰਸ਼ਲ ਆਰਟ ਤੇ 5 ਕਿਤਾਬਾਂ ਲਿਖੀਆਂ ਅਤੇ ਆਪਣੇ ਪਿਤਾ ਦੀ ਮਲਿਆਲਮ ਵਿੱਚ ਲਿਖੀ ਕਿਤਾਬ ਦਾ ਅੰਗਰੇਜ਼ੀ ਵਿੱਚ ਸਹਿ ਅਨੁਵਾਦ ਕੀਤਾ, ਜਿਸ ਵਿੱਚ 1700 ਤੋਂ ਵੱਧ ਤਸਵੀਰਾਂ ਦੀ ਮਦਦ ਨਾਲ ਇਸ ਤਕਨੀਕ ਦੀ ਵਧੀਆ ਢੰਗ ਨਾਲ ਵਿੱਚ ਵਿਆਖਿਆ ਕੀਤੀ ਗਈ ਹੈ। ਇਹਨਾਂ ਕਿਤਾਬਾਂ ਦੀ ਉਪਲਬਧਤਾ ਨਾਲ ਕਲਰੀ ਪਯਟ ਨੂੰ ਲੈ ਕੇ ਕੇਰਲ ਦੇ ਨੌਜਵਾਨਾਂ ਵਿੱਚ ਜਾਗਰੂਕਤਾ ਵਧੀ ਹੈ। SRD ਪ੍ਰਸਾਦ ਨੂੰ ਮਾਰਸ਼ਲ ਆਰਟ ਵਿੱਚ ਯੋਗਦਾਨ ਲਈ 2016 ਵਿੱਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। कोई भी मार्शल आर्ट्स देखो, हमारे देश से शुरुआत हुई कलरी पट्टू से, और उस मार्शल आर्ट्स में एक बड़ा नाम हमारे साथ हमारे प्रसाद जी, उनको मुबारकबाद देना चाहेंगे। रिसेंटली उनको पद्मश्री से नवाजा गया। हम बहुत खुश हैं कि ये मार्शल आर्ट्स जो पूरी दुनिया में फेमस है, जिन्होंने सारे मार्शल आर्ट्स को एक एनर्जी दी है, और उस एनर्जी से आज हमें पद्मश्री हमारे प्रसाद जी हमें मिले, और हम उनको मुबारकबाद देना चाहेंगे। हम चाहेंगे कि ऐसे और लोग हमारे इस अपने मार्शल आर्ट से, जो हमारे अपने देश का मार्शल आर्ट है, वो बढ़े और हमारे बच्चे इंस्पायर हो
और हमारे देश का नाम रोशन हो। ਦੁਨੀਆ ਦੇ ਕਈ ਸਾਰੇ ਦੇਸ਼ਾਂ ਵਿੱਚ ਪ੍ਰਸਿੱਧ ਮਾਰਸ਼ਲ ਆਰਟ ਕੁੰਗ-ਫੂ ਦਾ ਵਿਕਾਸ ਵੀ ਕਲਰੀ ਪਈਟ ਵੱਲੋਂ ਕੀਤਾ ਮੰਨਿਆ ਜਾਂਦਾ ਹੈ। ਕਲਰੀ ਪਈਟ ਮਲਿਆਲਮ ਦੇ ਦੋ ਸ਼ਬਦਾਂ ਨਾਲ ਮਿਲ ਕੇ ਬਣਿਆ ਹੈ, ਕਲਰੀ ਅਤੇ ਪਈਟ। ਕਲਰੀ ਜਿਸ ਦਾ ਅਰਥ ਹੈ ਯੁੱਧ ਦਾ ਮੈਦਾਨ ਅਤੇ ਪਈਟ ਸ਼ਬਦ ਦਾ ਅਰਥ ਮਾਹਿਰ ਜਾਂ ਸਿਖਲਾਈ ਪ੍ਰਾਪਤ ਹੋਣਾ, ਯਾਨੀ ਜੰਗ ਦੇ ਮੈਦਾਨ ਲਈ ਸਿਖਲਾਈ ਪ੍ਰਾਪਤ ਕਰਨਾ। ਇਸ ਸਿਖਲਾਈ ਦੀ ਸ਼ੁਰੂਆਤ ਪੂਰੇ ਸਰੀਰ ਦੀ ਤੇਲ ਮਾਲਿਸ਼ ਨਾਲ ਕੀਤੀ ਜਾਂਦੀ ਤਾਂ ਜੋ ਸਰੀਰ ਢਿੱਲਾ ਅਤੇ ਲਚਕੀਲਾ ਬਣੇ। ਚਾਟਮ, ਜੰਪਿੰਗ, ਓਟਮ, ਦੌੜਨਾ ਅਤੇ ਮਿਰਚਲ ਕਲਾਬਾਜ਼ੀ ਵਰਗੀਆਂ ਸਰਗਰਮੀਆਂ ਵੀ ਇਸ ਮਾਰਸ਼ਲ ਆਰਟ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਤਲਵਾਰ, ਖੰਜਰ, ਬਰਛੀ, ਮੁਗਦਰ ਅਤੇ ਤੀਰ ਕਮਾਨ ਵਰਗੇ ਹਥਿਆਰਾਂ ਦੀ ਵਰਤੋਂ ਕਰਨ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ। ਭਾਰਤ ਦੀ ਵਿਰਾਸਤ ਕਲਰੀ ਪਈਟ ਨੂੰ ਬਚਾਉਣ ਲਈ SRD ਪ੍ਰਸਾਦ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਬਹੁਤ-ਬਹੁਤ ਵਧਾਈਆਂ। ਕਲਰੀ ਪਈਟ ਹੀ ਨਹੀਂ ਸਗੋਂ ਦੇਸ਼ ਵਿੱਚ ਅਜਿਹੇ ਮਾਰਸ਼ਲ ਆਰਟ ਦੀਆਂ ਕਈ ਤਕਨੀਕਾਂ ਨੇ ਜਿਹੜੀਆਂ ਭਾਰਤ ਦੇ ਅਮੀਰ ਵਿਰਾਸਤ ਦਾ ਹਿੱਸਾ ਰਹੀਆਂ ਨੇ। ਕਲਰੀ ਪਈਟ ਕੇਰਲ ਦੀ ਪਹਿਚਾਣ ਹੈ ਤਾਂ ਥਾਂਗ-ਤਾ ਵਰਗੇ ਮਾਰਸ਼ਲ ਆਰਟ ਉੱਤਰ ਪੂਰਬ ਦੇਸ਼ ਦਾ ਮਾਣ ਨੇ ਅਤੇ ਮਨੀਪੁਰ ਦੀ ਪਹਿਚਾਣ ਦੇ ਤੌਰ ਤੇ ਇਸ ਨੂੰ ਜਾਣਿਆ ਜਾਂਦਾ ਹੈ। ਤਕਰੀਬਨ 400 ਸਾਲ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੰਗਰੇਜ਼ਾਂ ਨੇ ਇਸ ਤੇ ਪਰ ਬੀਤੇ ਕੁਝ ਸਾਲਾਂ ਵਿੱਚ ਦਹਾਕਿਆਂ ਤੋਂ ਮਨੀਪੁਰ ਦੇ ਸਾਰੇ ਲੋਕ ਇਸ ਤੇ ਕੰਮ ਕਰ ਰਹੇ ਨੇ। ਥਾਂਗ-ਤਾ ਬਾਰੇ ਅਤੇ ਇਸ ਨੂੰ ਪ੍ਰਸਾਰਿਤ ਕਰਨ ਲਈ ਇੱਕ ਵਾਰ ਫਿਰ ਜ਼ੋਰ-ਸ਼ੋਰ ਦੇ ਨਾਲ ਜ਼ਮੀਨੀ ਪੱਧਰ ਤੇ ਬਦਲਾਅ ਨਜ਼ਰ ਆ ਰਹੇ ਨੇ। ਮਨੀਪੁਰ ਦੇ KS ਸ਼ਰਮਾ ਵੀ ਉਹਨਾਂ ਸ਼ਖਸੀਅਤਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਥਾਂਗ-ਤਾ ਤੇ ਸ਼ਾਨਦਾਰ ਕੰਮ ਕੀਤਾ ਹੈ ਤੇ ਸ਼ਾਇਦ ਅੱਜ ਥਾਂਗ-ਤਾ ਖੇਡ ਵਜੋਂ ਪ੍ਰਚਲਿਤ ਹੋਣ ਦੀ ਸਵੀਕਾਰਤਾ ਇਸ ਤੱਥ ਤੋਂ ਵੀ ਪ੍ਰਗਟ ਕੀਤੀ ਜਾ ਸਕਦੀ ਹੈ ਕਿ ਖੇਲੋ ਇੰਡੀਆ ਯੂਥ ਗੇਮ ਵਿੱਚ ਵੀ ਥਾਂਗ-ਤਾ ਦੇ ਮੁਕਾਬਲੇ ਹੁੰਦੇ ਨੇ। ਥਾਂਗ-ਤਾ ਨੂੰ ਮੁੜ ਬਹਾਲ ਕਰਨ ਅਤੇ ਦੇਸ਼ ਭਰ ਵਿੱਚ ਇਸ ਨੂੰ ਪ੍ਰਚਲਿਤ ਕਰਨ ਲਈ ਮਨੀਪੁਰ ਦੇ KS ਸ਼ਰਮਾ ਨੂੰ ਸਰਕਾਰ ਦੇ ਰਹੀ ਹੈ ਪਦਮ ਸਨਮਾਨ। ਸਾਡੀਆਂ ਪੁਰਾਣੀਆਂ ਪਰੰਪਰਾਵਾਂ ਸਮੇਂ ਦੇ ਨਾਲ-ਨਾਲ ਗੁੰਮ ਨਾ ਹੋਣ, ਇਸ ਸੋਚ ਤੇ ਕੰਮ ਕਰਨ ਵਾਲਿਆਂ ਵਿੱਚ ਸ਼ਾਮਲ ਨੇ K. ਸੰਥੋਇਪਾ ਸ਼ਰਮਾ, ਜਿਹੜੇ ਮਨੀਪੁਰ ਦੀ ਤਕਰੀਬਨ 400 ਸਾਲ ਪੁਰਾਣੀ ਮਾਰਸ਼ਲ ਆਰਟ ਥਾਂਗ-ਤਾ ਨੂੰ ਸੁਰੱਖਿਅਤ ਰੱਖਣ ਲਈ ਪਿਛਲੇ 40 ਸਾਲਾਂ ਤੋਂ ਕੰਮ ਕਰ ਰਹੇ ਨੇ। ਉਹਨਾਂ 1000 ਤੋਂ ਵੱਧ ਨੌਜਵਾਨਾਂ ਨੂੰ ਇਸ ਵਿੱਚ ਸਿਖਲਾਈ ਦੇ ਕੇ ਇਸ ਕਲਾ ਨੂੰ ਮੁੜ ਸਥਾਪਿਤ ਕਰ ਦਿੱਤਾ ਹੈ। ਥਾਂਗ-ਤਾ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ, ਜਿਸ ਵਿੱਚੋਂ ਥਾਂਗ ਸ਼ਬਦ ਦਾ ਅਰਥ ਤਲਵਾਰ ਅਤੇ ਤਾਂ ਸ਼ਬਦ ਦਾ ਅਰਥ ਹੈ ਬਰਛਾ। ਇਸ ਕਲਾ ਵਿੱਚ ਤਲਵਾਰ, ਢਾਲ ਅਤੇ ਬਰਛੇ ਦੀ ਵਰਤੋਂ ਕੀਤੀ ਜਾਂਦੀ ਹੈ। ਉਹਨਾਂ ਦੇ ਯਤਨਾਂ ਸਦਕਾ ਅੱਜ ਥਾਂਗ-ਤਾ ਨਾ ਸਿਰਫ ਮਨੀਪੁਰ ਵਿੱਚ ਸਗੋਂ ਦੇਸ਼ ਦੇ ਸਾਰੇ ਸੂਬਿਆਂ ਵਿੱਚ ਬਹੁਤ ਮਸ਼ਹੂਰ ਹੋ ਰਹੀ ਹੈ ਅਤੇ ਨੌਜਵਾਨਾਂ ਵਿੱਚ ਇਸ ਪ੍ਰਤੀ ਖਾਸੀ ਦਿਲਚਸਪੀ ਦੇਖੀ ਜਾ ਸਕਦੀ ਹੈ। ꯑꯩꯍꯥꯛꯄꯨ ꯇꯥꯛꯄꯤ ꯇꯝꯕꯤꯔꯝꯕ ꯑꯩꯈꯣꯏꯒꯤ ꯑꯣꯖꯥ ꯒꯨꯔꯨꯃꯌꯨꯝ ਗੋਰਕੇਸ਼ਵਰ ਸ਼ਰਮਾ ਮੈਨੂੰ ਮਨੀਪੁਰ ਮਾਰਸ਼ਲ ਆਰਟ ਥਾਂਗ-ਤਾ ਵਿੱਚ ਹਿਊਂਗ ਲਾਲੂੰਗ ਮਨੀਪੁਰ ਥਾਂਗ-ਤਾ ਸੱਭਿਆਚਾਰਕ ਐਸੋਸੀਏਸ਼ਨ ਦੇ ਗੁਰੂ ਮਾਯੂਮ ਗੋਰਾ ਕਿਸ਼ੋਰ ਸ਼ਰਮਾ ਨੇ ਸਿਖਲਾਈ ਦਿੱਤੀ ਸੀ। ਜਦੋਂ ਉਹਨਾਂ ਨੇ 2015 ਵਿੱਚ ਆਖਰੀ ਸਾਹ ਲਿਆ ਤਾਂ ਐਸੋਸੀਏਸ਼ਨ ਵਿੱਚ ਮੈਂ ਆਪਣੇ ਗੁਰੂ ਦੇ ਦਿਖਾਏ ਰਸਤੇ ਤੇ ਚੱਲਦੇ ਹੋਏ ਪ੍ਰਿੰਸੀਪਲ ਸਹਿ ਨਿਰਦੇਸ਼ਕ ਬਣ ਗਿਆ। ਹੁਣ ਤੱਕ ਇਸ ਅਹੁਦੇ ਤੇ ਮੈਂ ਸੇਵਾਵਾਂ ਦੇ ਰਿਹਾ ਹਾਂ। ਇਸ ਤੋਂ ਪਹਿਲਾਂ ਮੈਂ ਇੱਕ ਸੀਨੀਅਰ ਕਲਾਕਾਰ ਸੀ ਅਤੇ ਬਾਅਦ ਵਿੱਚ ਸੰਸਥਾਨ ਵਿੱਚ ਤਕਰੀਬਨ 10 ਸਾਲ ਤੱਕ ਵਿਜ਼ਿਟਿੰਗ ਗੁਰੂ ਦੇ ਤੌਰ ਤੇ ਆਪਣੀਆਂ ਸੇਵਾਵਾਂ ਦਿੱਤੀਆਂ। ਮੈਂ 1982 ਵਿੱਚ ਪਾਹੁਣਾ ਮੈਂਬਰ ਕਲਾ ਅਤੇ ਪੇਂਡੂ ਵਿਕਾਸ ਸੇਵਾ ਸੰਘ ਦੇ ਨਾਂ ਹੇਠ ਇੱਕ ਹੋਰ ਸੰਗਠਨ ਦੀ ਸ਼ੁਰੂਆਤ ਕੀਤੀ। ਮੇਰਾ ਆਖਰੀ ਮੰਤਵ ਨੌਜਵਾਨ ਪ੍ਰਤਿਭਾਵਾਂ ਨੂੰ ਕਲਾਕਾਰਾਂ ਦੇ ਤੌਰ ਤੇ ਤਿਆਰ ਕਰਨਾ ਹੈ ਅਤੇ ਵਜ਼ੀਫੇ ਤੇ ਫੈਲੋਸ਼ਿਪ ਦੇ ਨਾਲ ਇਸ ਖੇਤਰ ਵਿੱਚ ਉਹਨਾਂ ਦੇ ਕੈਰੀਅਰ ਨੂੰ ਹੱਲਾਸ਼ੇਰੀ ਦੇਣੀ ਹੈ ਤਾਂ ਜੋ ਉਹ ਥਾਂਗ-ਤਾ ਨੂੰ ਸੰਭਾਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਰੁੱਝੇ ਰਹਿਣ। ਮੈਂ ਸੱਭਿਆਚਾਰਕ ਸੰਬੰਧਾਂ ਨੂੰ ਹੱਲਾਸ਼ੇਰੀ ਦੇਣ ਦੇ ਲਈ ਵੱਖ-ਵੱਖ ਦੇਸ਼ਾਂ ਵਿੱਚ ਥਾਂਗ-ਤਾ ਦੇ ਪ੍ਰਦਰਸ਼ਨਾਂ ਨੂੰ ਦਿਖਾਇਆ ਹੈ। ਮਨੀਪੁਰ ਵਿੱਚ ਇਹ ਆਮ ਧਾਰਨਾ ਹੈ ਕਿ ਥਾਂਗ-ਤਾ ਦੀ ਮਦਦ ਨਾਲ ਹੀ ਉੱਥੋਂ ਦੇ ਲੋਕਾਂ ਨੇ ਸਦੀਆਂ ਤੋਂ ਮਨੀਪੁਰ ਨੂੰ ਵਿਦੇਸ਼ੀ ਹਮਲਿਆਂ ਤੋਂ ਬਚਾ ਕੇ ਰੱਖਿਆ ਸੀ। ਇਹ ਸ਼ੈਲੀ ਵੀ ਹੋਰ ਹਥਿਆਰ ਕਲਾਵਾਂ ਦੀ ਹੀ ਤਰ੍ਹਾਂ ਸਖਤ ਮਿਹਨਤ ਨਾਲ ਸਿੱਖੀ ਅਤੇ ਖੇਡੀ ਜਾਂਦੀ ਹੈ। KS ਸ਼ਰਮਾ ਨੇ ਮਨੀਪੁਰ ਵਿੱਚ ਇਸ ਨੂੰ ਸੁਰੱਖਿਅਤ ਰੱਖਣ ਲਈ ਦਹਾਕਿਆਂ ਤੱਕ ਕੰਮ ਕੀਤਾ, ਨੌਜਵਾਨਾਂ ਨੂੰ ਜੋੜਿਆ ਅਤੇ ਉਹਨਾਂ ਨੂੰ ਇਸ ਕਲਾ ਨੂੰ ਸਿੱਖਣ ਲਈ ਪ੍ਰੇਰਿਤ ਕੀਤਾ। थंगता मार्शल आर्ट जो कि मणिपुरी मार्शल आर्ट है, पूरे देश में खेला जाता है। बॉयज़ गर्ल्स बहुत ही प्यार से खेला जाता है
और एक ऐसा मार्शल आर्टिस्ट सेल्फ डिफेंस के साथ साथ जो एक अचीवमेंट्स नज़र देखने को मिल रही है देश से बाहर हो या देश में। हमारे देश में रिसेंटली शर्मा जी को पद्मश्री से नवाजा गया। उन्होंने जो बड़ा योगदान दिया पूरे देश में मार्शल आर्ट्स के लिए इस उम्र में, और उनको पद्मश्री अवार्ड से नवाजा गया। हम उनको बधाइयाँ देना चाहते हैं। ਥਾਂਗ ਤਾਂ ਸ਼ੈਲੀ ਨੂੰ ਤਕਰੀਬਨ 400 ਸਾਲ ਪਹਿਲਾਂ ਮਨੀਪੁਰ ਦੇ ਰਾਜਿਆਂ ਮਹਾਰਾਜਿਆਂ ਵੱਲੋਂ ਸ਼ੁਰੂ ਕੀਤਾ ਗਿਆ ਸੀ। ਬਾਅਦ ਦੇ ਸਾਲਾਂ ਵਿੱਚ ਅੰਗਰੇਜ਼ਾਂ ਨੇ ਇਸ ਮਾਰਸ਼ਲ ਆਰਟ ਤੇ ਪਾਬੰਦੀ ਲਗਾ ਦਿੱਤੀ ਸੀ, ਪਰ ਕੇ.ਐਸ. ਸ਼ਰਮਾ ਦੇ ਯਤਨਾਂ ਨਾਲ ਬੀਤੇ ਕੁਝ ਸਾਲਾਂ ਵਿੱਚ ਇਸ ਦਾ ਪ੍ਰਚਲਨ ਬਹੁਤ ਵੱਧ ਗਿਆ। ਸਾਲ 2023 ਦੀਆਂ ਖੇਲੋ ਇੰਡੀਆ ਯੂਥ ਖੇਡਾਂ ਵਿੱਚ ਵੀ ਇਸ ਨੂੰ ਸ਼ਾਮਿਲ ਕੀਤਾ ਗਿਆ। ਥਾਂਗ ਤਾਂ ਮਾਰਸ਼ਲ ਆਰਟ ਨੂੰ ਸੁਰੱਖਿਅਤ ਰੱਖਣ ਅਤੇ ਪ੍ਰਚਲਿਤ ਕਰਨ ਲਈ ਕੇ ਸਨਾਥੋਇਬਾ ਸ਼ਰਮਾ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਬਹੁਤ-ਬਹੁਤ ਵਧਾਈਆਂ। ਸਵਿਚ ਔਨ ਕਰਦੇ ਜਾਓ, ਬਲਬ ਜਗਦੇ ਜਾਣਗੇ। ਇਸੇ ਤਰ੍ਹਾਂ ਹੀ ਅਸੀਂ ਦਿਨ ਭਰ ਵਿੱਚ ਪਤਾ ਨਹੀਂ ਕਿੰਨੀ ਵਾਰੀ ਸਵਿਚ ਔਨ ਕਰਦੇ ਹਾਂ, ਬਲਬ ਜਗਾਉਂਦੇ ਹਾਂ, ਪੱਖਾ ਚਲਾਉਂਦੇ ਹਾਂ ਤੇ ਭੁੱਲ ਜਾਂਦੇ ਹਾਂ ਕਿ ਆਖਿਰ ਇਹ ਹੋਇਆ ਕਿਵੇਂ। ਪਰ ਇਸ ਸਭ ਪਿੱਛੇ ਵਿਗਿਆਨ ਹੈ ਤੇ ਵਿਗਿਆਨ ਕਾਰਨ ਇਹ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਨੇ। ਅਸੀਂ ਅਕਸਰ ਇੱਕ ਆਮ ਆਦਮੀ ਦੇ ਨਜ਼ਰੀਏ ਨਾਲ ਇਹ ਸੋਚ ਨਹੀਂ ਪਾਉਂਦੇ ਕਿ ਇਸ ਦੇ ਪਿੱਛੇ ਕੀ ਬਰੀਕੀ ਲੁਕੀ ਹੋਈ ਹੈ। ਵਿਗਿਆਨ ਦੇ ਕਿਹੜੇ ਨਿਯਮ ਦੇ ਆਧਾਰ ਤੇ ਇਹ ਸਾਰੀਆਂ ਚੀਜ਼ਾਂ ਸਾਡੀ ਜ਼ਿੰਦਗੀ ਨੂੰ ਹੋਰ ਸੁਖਾਲਾ ਬਣਾਉਂਦੀਆਂ ਨੇ। ਪਰ ਜ਼ਰਾ ਉਹਨਾਂ ਲੋਕਾਂ ਬਾਰੇ ਸੋਚੋ ਜੋ ਸਿਰਫ ਇਹੀ ਸੋਚਦੇ ਰਹਿੰਦੇ ਨੇ ਕਿ ਕੀ ਕੁਝ ਨਵਾਂ ਕੀਤਾ ਜਾਵੇ ਤਾਂ ਕਿ ਆਮ ਆਦਮੀ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਇਆ ਜਾ ਸਕੇ। ਜਿਵੇਂ ਮੈਂ ਇਸ ਲੈਬ ਦੇ ਵਿੱਚ ਖੜਾ ਹਾਂ, ਅਜਿਹੀਆਂ ਕਈ ਤਰ੍ਹਾਂ ਦੀਆਂ ਪ੍ਰਯੋਗਸ਼ਾਲਾਵਾਂ ਜਿੱਥੇ ਲੋਕ ਆਪਣੀ ਪੂਰੀ ਜ਼ਿੰਦਗੀ ਗੁਜ਼ਾਰ ਦਿੰਦੇ ਨੇ ਕੁਝ ਨਵਾਂ ਕਰਨ ਲਈ। ਅਜਿਹੇ ਹੀ ਭੌਤਿਕ ਵਿਗਿਆਨ ਦੇ ਇੱਕ ਪ੍ਰੋਫੈਸਰ ਨੇ, ਪ੍ਰੋਫੈਸਰ ਦੀਪਕ ਧਰ, ਜਿਨ੍ਹਾਂ ਨੂੰ ਉਹਨਾਂ ਦੇ ਕੰਮ ਲਈ ਮਿਲ ਰਿਹਾ ਹੈ ਪਦਮ ਸਨਮਾਨ। ਗੁੰਝਲਦਾਰ ਵਿਗਿਆਨਕ ਪਰਿਭਾਸ਼ਾਵਾਂ ਨੂੰ ਸਰਲ ਭਾਸ਼ਾ ਵਿੱਚ ਲੋਕਾਂ ਸਾਹਮਣੇ ਰੱਖਣ ਵਿੱਚ ਸਮਰੱਥ ਵਿਗਿਆਨੀ ਪ੍ਰੋਫੈਸਰ ਦੀਪਕ ਧਰ ਦੇਸ਼ ਦੁਨੀਆ ਵਿੱਚ ਸਭ ਤੋਂ ਵੱਧ ਸਿਧਾਂਤਕ ਭੌਤਿਕ ਵਿਗਿਆਨੀ ਵਜੋਂ ਜਾਣੇ ਜਾਂਦੇ ਨੇ। ਪ੍ਰੋਫੈਸਰ ਐਮਰੀਟਸ ਬੋਲਟਜ਼ਮੈਨ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਪ੍ਰੋਫੈਸਰ ਧਰ ਔਖੀ ਤੋਂ ਔਖੀ ਮੁਸ਼ਕਲ ਨੂੰ ਬਹੁਤ ਹੀ ਸੁਖਾਲੇ ਤਰੀਕੇ ਨਾਲ ਸਮਝਾਉਣ ਲਈ ਪੂਰੀ ਦੁਨੀਆ ਵਿੱਚ ਮੰਨੇ ਜਾਂਦੇ ਨੇ। ਸਟੈਨਫੋਰਡ ਯੂਨੀਵਰਸਿਟੀ ਵੱਲੋਂ ਪ੍ਰਭਾਵੀ ਸਟੇਸ਼ਨ ਲਈ ਉੱਗੇ 2% ਵਿਗਿਆਨੀਆਂ ਵਿੱਚ ਸੂਚੀਬੱਧ ਪ੍ਰੋਫੈਸਰ ਧਰ ਅਜਿਹੇ ਵਿਗਿਆਨੀ ਨੇ ਜਿਨ੍ਹਾਂ ਨੇ ਸਿਧਾਂਤਕ ਸਮਝ ਨੂੰ ਸੁਧਾਰਨ ਦੇ ਮੰਤਵ ਨਾਲ ਕੰਮ ਕੀਤਾ। ਕੈਂਸਰ ਦੇ ਇਲਾਜ ਲਈ ਡਰੱਗ ਡਿਲੀਵਰੀ ਦੇ ਕਲੀਨਿਕਲ ਅਭਿਆਸ ਵਿੱਚ ਵੱਖ-ਵੱਖ ਇਲੈਕਟ੍ਰਿਕ ਖੇਤਰਾਂ ਵਿੱਚ ਫਾਰਮੂਲੇ ਵਿਕਸਿਤ ਕਰਕੇ ਯੋਗਦਾਨ ਪਾਇਆ। ਅੰਕੜਾ ਭੌਤਿਕ ਵਿਗਿਆਨ ਦੇ ਵੱਖ-ਵੱਖ ਸਿਧਾਂਤਾਂ ਤੇ ਉਹਨਾਂ ਵੱਲੋਂ ਕੀਤਾ ਕੰਮ ਸ਼ਲਾਘਾਯੋਗ ਹੈ। स्टैटिस्टिकल फिजिक्स का जनरल उद्देश्य होता है कि जो बड़े कोई सिस्टम है जिसमें बहुत सारे इंटरैक्टिंग पार्टिकल्स हैं तो उसका क्या बिहेवियर होगा, जबकि एक एक पार्टिकल का बिहेवियर हमको जानने की कोई विशेष ज़रूरत नहीं है। जो स्टैंडर्ड एग्जांपल है कि एक बॉक्स में बहुत सारे गैस के मॉलिक्यूल होते हैं और हम जानना चाहते हैं कि गैस का दबाव कितना होगा, जबकि हमको मॉलिक्यूल कहाँ पर जा रहे हैं, उनकी क्या दिशा गति है, इसकी ज़रूरत नहीं होती। तो ये सब सीखने मालूम करने के लिए जो थ्योरेटिकल टेक्निक इस्तेमाल की गई वो स्टैटिस्टिकल फिजिक्स कहलाती है पहले, और बाद में देखा गया कि इस तरह की टेक्निक का उपयोग और क्षेत्रों में भी होता है, जैसे स्टॉक मार्केट में या अर्थक्वेक प्रेडिक्शन में। ਪ੍ਰੋਫੈਸਰ ਧਰ ਨੇ ਅਮਰੀਕਾ ਤੋਂ PhD ਕੀਤੀ ਪਰ ਦੇਸ਼ ਵਾਪਸ ਪਰਤ ਆਏ ਅਤੇ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਨਾਲ ਜੁੜ ਗਏ। ਪ੍ਰੋਫੈਸਰ ਦੀਪਕ ਧਰ ਨੂੰ ਭੌਤਿਕ ਵਿਗਿਆਨ ਦੇ ਖੇਤਰ 'ਚ ਅਹਿਮ ਯੋਗਦਾਨ ਲਈ ਕਈ ਕੌਮੀ ਅਤੇ ਕੌਮਾਂਤਰੀ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਉਹਨਾਂ ਨੇ ਸਟੈਟਿਸਟੀਕਲ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਯੋਗਦਾਨ ਲਈ ਸ਼ਾਂਤੀ ਸਵਰੂਪ ਭਟਨਾਗਰ ਸਨਮਾਨ ਵੀ ਹਾਸਲ ਕੀਤਾ। ਉਹਨਾਂ ਨੇ 200 ਤੋਂ ਵੱਧ ਖੋਜ ਪੱਤਰ ਲਿਖੇ ਨੇ। प्रोफेसर दीपक धर ने अपने पूरे जिंदगी में स्टोकेस्टिक प्रोसेसेस और स्टैटिस्टिकल मैकेनिक्स में बहुत ही मूलभूत योगदान दिया हुआ है। आपने काम किए हुए एक विषय के बारे में जिसको सेल्फ ऑर्गेनाइज क्रिटिकलिटी बताते हैं, तो वह ऐसी चीज है कि पिछले 25-30 सालों से उसके ऊपर काम हो रहा है और एक ऐसा विषय है जिससे अर्थक्वेक प्रेडिक्शन, इकोसिस्टम इवोल्यूशन और इकोनॉमिक मार्केट्स का इवोल्यूशन, ये सब के लिए ये डेवलपमेंट जो साइंटिफिक डेवलपमेंट का फायदा होता है। तो इससे आपको पता चल जाएगा कि प्रोफेसर दीपक धर का काम बहुत ही मूलभूत है और इसीलिए उनको गिब्स मेडल प्रदान किया गया
ये एक्चुअली भारत के ऐसे पहले वैज्ञानिक है जिनको ये मेडल मिल गया है, जो स्टैटिस्टिकल मैकेनिक्स या मैथमेटिकल फिजिसिस्ट को दिया जाता है। प्रोफेसर दीपक धर, जो कि बहुत सालों से हमारे दोस्त भी रहे हैं, उनको पद्म भूषण के अवसर पर बहुत बहुत बधाई। ਦਹਾਕਿਆਂ ਤੋਂ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਉਹਨਾਂ ਦੇ ਸ਼ਾਨਦਾਰ ਕੰਮ ਲਈ ਪ੍ਰੋਫੈਸਰ ਦੀਪਕ ਧਰ ਨੂੰ ਦੇਸ਼ ਦੇ ਸਰਵੋਤਮ ਨਾਗਰਿਕ ਸਨਮਾਨ ਪਦਮ ਭੂਸ਼ਣ ਲਈ ਬਹੁਤ-ਬਹੁਤ ਵਧਾਈਆਂ। ਇਹ ਸਾਰੇ ਜਾਨਵਰ ਬੇਜ਼ੁਬਾਨ ਨੇ, ਆਪਣਾ ਦੁੱਖ ਦਰਦ ਕਹਿ ਨਹੀਂ ਸਕਦੇ, ਪਰ ਤਕਲੀਫ ਇਹਨਾਂ ਨੂੰ ਵੀ ਹੁੰਦੀ ਹੈ, ਦਰਦ ਇਹਨਾਂ ਨੂੰ ਵੀ ਹੁੰਦਾ ਹੈ। ਮੌਸਮ ਦੀ ਮਾਰ, ਧੁੱਪ ਮੀਂਹ ਹੋਵੇ, ਇਹਨਾਂ ਸਾਰਿਆਂ ਦਾ ਅਸਰ ਇਹਨਾਂ ਤੇ ਪੈਂਦਾ ਹੈ ਤੇ ਉਹ ਬਿਮਾਰ ਵੀ ਹੁੰਦੇ ਨੇ। ਪਰ ਕੁਝ ਲੋਕ ਨੇ ਜਿਹੜੇ ਉਹਨਾਂ ਦੀ ਤਕਲੀਫ ਨੂੰ ਸਮਝਣ ਲਈ ਬਹੁਤ ਸਾਰੀ ਕੋਸ਼ਿਸ਼ ਕਰਦੇ ਨੇ, ਬਹੁਤ ਸਾਰਾ ਕੰਮ ਕਰਦੇ ਨੇ, ਕਿਉਂਕਿ ਇਹਨਾਂ ਜਾਨਵਰਾਂ ਦੀਆਂ ਬਿਮਾਰੀਆਂ ਕਿਵੇਂ ਦੂਰ ਕੀਤੀਆਂ ਜਾਣ, ਉਹਨਾਂ ਦੀ ਬਿਹਤਰੀ ਲਈ ਕਿਵੇਂ ਕੰਮ ਕੀਤਾ ਜਾਵੇ, ਇਸ ਤੇ ਕੁਝ ਲੋਕ ਬਹੁਤ ਸਮੇਂ ਤੋਂ ਕੰਮ ਕਰ ਰਹੇ ਨੇ। ਅਜਿਹੀ ਇੱਕ ਸ਼ਖਸੀਅਤ ਨੇ ਗੁਜਰਾਤ ਦੇ ਡਾਕਟਰ ਮਹਿੰਦਰ ਪਾਲ, ਜੋ ਕਿ ਜਾਨਵਰਾਂ ਦੀਆਂ ਬਿਮਾਰੀਆਂ ਤੇ ਖਾਸ ਕਰਕੇ 4 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਕੰਮ ਕਰ ਰਹੇ ਨੇ। ਉਹਨਾਂ ਨੂੰ ਉਹਨਾਂ ਦੇ ਇਸ ਕੰਮ ਲਈ ਮਿਲ ਰਿਹਾ ਹੈ ਪਦਮ ਪੁਰਸਕਾਰ। ਜਾਨਵਰਾਂ ਦੇ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲੇ ਪ੍ਰੋਫੈਸਰ ਡਾਕਟਰ ਮਹਿੰਦਰ ਪਾਲ ਇੱਕ ਮੰਨੇ ਪਰਮੰਨੇ ਵਿਗਿਆਨੀ ਅਤੇ ਉੱਘੇ ਸਿੱਖਿਆ ਸ਼ਾਸਤਰੀ ਨੇ, ਜਿਨ੍ਹਾਂ ਨੂੰ ਪਸ਼ੂ ਚਿਕਿਤਸਾ ਵਿਗਿਆਨ ਦੇ ਖੇਤਰ ਵਿੱਚ ਖੋਜ, ਅਧਿਆਪਨ, ਰੋਗ ਨਿਦਾਨ, ਯੋਜਨਾਬੰਦੀ ਅਤੇ ਪ੍ਰਸ਼ਾਸਨ ਵਿੱਚ ਤਕਰੀਬਨ 50 ਸਾਲਾਂ ਦਾ ਤਜਰਬਾ ਹੈ। ਡਾਕਟਰ ਪਾਲ ਨੇ ਮੁੱਖ ਤੌਰ ਤੇ ਪਸ਼ੂ ਚਿਕਿਤਸਾ ਮਾਈਕੋਲੋਜੀ ਤੇ ਕੰਮ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਪਸ਼ੂਆਂ ਤੋਂ ਹੋਣ ਵਾਲੀਆਂ ਵੱਖ-ਵੱਖ ਬਿਮਾਰੀਆਂ ਵਿੱਚ ਉੱਲੀ ਦੀ ਭੂਮਿਕਾ ਦਾ ਵਿਸਥਾਰ ਨਾਲ ਅਧਿਐਨ ਕੀਤਾ ਹੈ ਅਤੇ ਉਸ ਦਾ ਹੱਲ ਵੀ ਦੱਸਿਆ ਹੈ। क्योंकि मैं 1970 से साइंस की फील्ड में ही काम कर रहा हूँ। ईश्वर की कृपा से हमने 720 के करीब पेपर जो हैं वो इंटरनेशनल और नेशनल दोनों ही जर्नल में हमने वो पब्लिश किए, और 8 किताबें मैंने लिखी। उनमें से एक किताब यह है वेटरनरी एंड मेडिकल माइकोलॉजी, जो कि अपने इंडियन काउंसिल ऑफ एग्रीकल्चर रिसर्च, मिनिस्ट्री ऑफ एग्रीकल्चर, न्यू दिल्ली से छपी। उस किताब का पूरे वर्ल्ड में काफ़ी एप्रिसिएशन हुआ। मैं भारत सरकार का बहुत ही दिल से धन्यवाद देता हूँ कि उन्होंने मेरे काम को रिकॉग्नाइज किया, और उसके कारण मुझे जो है ये पद्मश्री अवार्ड मिला। ਪ੍ਰੋਫੈਸਰ ਪਾਲ ਨੇ ਵੱਖ-ਵੱਖ ਪਸ਼ੂ ਪਾਲਣ ਸੰਸਥਾਵਾਂ, ਪਸ਼ੂ ਚਿਕਿਤਸਾ ਨਾਲ ਸੰਬੰਧਿਤ ਵਿਦਿਅਕ ਸੰਸਥਾਵਾਂ ਤੋਂ ਇਲਾਵਾ ਨਿਊਜ਼ੀਲੈਂਡ, ਜਾਪਾਨ, ਇਥੋਪੀਆ ਦੀਆਂ ਵੀ ਕਈ ਸੰਸਥਾਵਾਂ ਵਿੱਚ ਕੰਮ ਕੀਤਾ। ਡਾਕਟਰ ਪਾਲ ਨੇ ਆਪਣੇ ਵਿਆਪਕ ਅਧਿਐਨ ਅਤੇ ਤਜਰਬੇ ਨਾਲ 750 ਤੋਂ ਵੱਧ ਜਾਨਵਰਾਂ ਨਾਲ ਸੰਬੰਧਿਤ ਪੱਤਰ ਪ੍ਰਕਾਸ਼ਿਤ ਕੀਤੇ ਅਤੇ 9 ਕਿਤਾਬਾਂ ਵੀ ਲਿਖੀਆਂ ਨੇ। मैं धन्यवादी हूँ अपने सरकार का कि उन्होंने वो काम जो हमने साइंस और टेक्नोलॉजी के क्षेत्र में किया है उसको रिकॉग्नाइज किया गया है। पशुधन के क्षेत्र में हमने वेटरनरी साइंस को एक बढ़ावा देते हुए अपने पशुओं के और किसान भाइयों के फायदे के लिए रिसर्च किया है, और उसके रिसर्च के परिणाम निकले हैं, जो परिणाम खाली लेबोरेटरी में नहीं रहे हैं लेकिन परिणाम फील्ड तक पहुंचे हैं। श्री महेंद्र पाल जी, जो कि गुजरात से ताल्लुक़ रखते हैं और उन्होंने पशु चिकित्सा में काम किया है, श्री महेंद्र पाल जी को हमारी तरफ से बहुत बहुत मुबारक। ਪਸ਼ੂਆਂ ਦੀ ਦੇਖਭਾਲ ਅਤੇ ਉਹਨਾਂ ਦੇ ਪਾਲਣ ਪੋਸ਼ਣ ਦੇ ਵਿਗਿਆਨਕ ਤਰੀਕਿਆਂ ਦੀ ਮਹੱਤਤਾ ਨੂੰ ਸਮਝਦੇ ਹੋਏ ਡਾਕਟਰ ਪਾਲ ਨੇ ਜਾਨਵਰਾਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਦੇ ਹੱਲ ਲਈ ਕੰਮ ਕੀਤਾ ਹੈ। ਇੰਡੀਅਨ ਐਸੋਸੀਏਸ਼ਨ ਆਫ ਵੈਟਰਨਰੀ ਪਬਲਿਕ ਹੈਲਥ ਨੇ ਉਹਨਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ। ਇੰਡੀਅਨ ਐਸੋਸੀਏਸ਼ਨ ਆਫ ਵੈਟਰਨਰੀ ਪਬਲਿਕ ਹੈਲਥ ਸਪੈਸ਼ਲਿਸਟ ਨੇ ਪ੍ਰੋਫੈਸਰ ਪਾਲ ਦੇ ਨਾਂ ਤੇ ਇੱਕ ਅਵਾਰਡ ਦੀ ਸਥਾਪਨਾ ਵੀ ਕੀਤੀ ਹੈ। ਪ੍ਰੋਫੈਸਰ ਪਾਲ ਵੱਲੋਂ ਪਸ਼ੂ ਚਿਕਿਤਸਾ, ਜਨਤਕ ਸਿਹਤ ਦੇ ਵਿਕਾਸ, ਮਹਾਮਾਰੀ ਵਿਗਿਆਨ ਅਤੇ ਡਾਇਗਨੋਸਟਿਕਸ ਦੇ ਵਿਕਾਸ ਦੇ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਕੰਮ ਦਾ ਲਾਭ ਵਿਗਿਆਨੀਆਂ ਨੂੰ ਜ਼ੂਨੋਟਿਕ ਬਿਮਾਰੀਆਂ ਦੇ ਨਿਯੰਤਰਣ ਲਈ ਰਣਨੀਤੀ ਵਿਕਸਿਤ ਕਰਨ ਵਿੱਚ ਮਦਦ ਕਰ ਰਿਹਾ ਹੈ। ਇਸ ਖੇਤਰ ਵਿੱਚ ਬੇਮਿਸਾਲ ਯੋਗਦਾਨ ਲਈ ਪ੍ਰੋਫੈਸਰ ਡਾਕਟਰ ਮਹਿੰਦਰ ਪਾਲ ਨੂੰ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਪਦਮ ਸ਼੍ਰੀ ਪੁਰਸਕਾਰ ਲਈ ਬਹੁਤ-ਬਹੁਤ ਵਧਾਈ।
ਤਾਂ ਦੇਖਿਆ ਤੁਸੀਂ, ਖੇਡ ਦਾ ਮੈਦਾਨ ਹੋਵੇ, ਵਿਗਿਆਨ ਦੀ ਪ੍ਰਯੋਗਸ਼ਾਲਾ ਹੋਵੇ ਜਾਂ ਫਿਰ ਬੇਜ਼ੁਬਾਨ ਜਾਨਵਰਾਂ ਦੀ ਚਿੰਤਾ ਦੀ ਗੱਲ ਹੋਵੇ, ਇਹਨਾਂ ਸਾਰੇ ਖੇਤਰਾਂ ਵਿੱਚ ਜਿਹੜੇ ਨਾਇਕ ਨੇ ਉਹਨਾਂ ਦੀਆਂ ਕਹਾਣੀਆਂ ਤੋਂ ਅਸੀਂ ਤੁਹਾਨੂੰ ਜਾਣੂ ਕਰਵਾਇਆ। ਇਹਨਾਂ ਸਾਰੇ ਨਾਇਕਾਂ ਨੇ ਆਪਣੇ ਕੰਮ ਨੂੰ ਅੰਜਾਮ ਦਿੱਤਾ ਮਿਸ਼ਨ ਮੋਡ ਵਿੱਚ, ਬਿਨਾਂ ਇਸ ਗੱਲ ਦੀ ਚਿੰਤਾ ਕੀਤੇ ਕਿ ਉਹਨਾਂ ਨੂੰ ਪ੍ਰਸਿੱਧੀ ਮਿਲੇਗੀ, ਇਨਾਮ ਮਿਲੇਗਾ ਜਾਂ ਨਹੀਂ। ਬਾਵਜੂਦ ਇਸ ਦੇ ਉਹਨਾਂ ਨੇ ਇਹ ਕੰਮ ਬਹੁਤ ਵਧੀਆ ਕੀਤਾ ਤੇ ਸ਼ਾਇਦ ਇਸੇ ਲਈ ਸਰਕਾਰ ਨੇ ਇਹਨਾਂ ਨਾਇਕਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ। ਸਾਡੇ ਵੱਲੋਂ ਵੀ ਇਹਨਾਂ ਨਾਇਕਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਅਜਿਹੇ ਹੀ ਨਾਇਕਾਂ ਨਾਲ ਅਗਲੇ ਅੰਕ 'ਚ ਤੁਹਾਨੂੰ ਰੂਬਰੂ ਕਰਵਾਉਂਦੇ ਰਹਾਂਗੇ। ਅੱਜ ਦੇ ਇਸ ਅੰਕ ਵਿੱਚ ਇੰਨਾ ਹੀ। ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ। ਨਮਸਕਾਰ।